ਸਤਿ ਸ਼੍ਰੀ ਅਕਾਲ ਜੀ। ਮੇਰੀ ਮਾਂ ਮਰਦੇ ਵਕਤ ਇੱਕ ਵਸੀਅਤ ਕਰ ਗਈ ਤੇ ਮੈਨੂੰ ਕਹਿ ਕੇ ਗਈ ਕਿ ਆਪਣੇ ਭਰਾ ਨਾਲ ਵਿਆਹ ਕਰ ਲੈ, ਪਰ ਮੈਂ ਨਾ ਮੰਨੀ। ਉਸ ਸਮੇਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਜਦੋਂ ਸ਼ਾਮ ਦੇ 4 ਵੱਜ ਗਏ ਸੀ, ਜਦੋਂ ਮੈਂ ਕਾਲਜ ਤੋਂ ਵਾਪਸ ਆਈ, ਮੇਰੇ ਚਿਹਰੇ 'ਤੇ ਮੁਸਕਰਾਹਟ ਸੀ। ਮੈਂ ਜਦੋਂ ਵੀ ਕਾਲਜ ਤੋਂ ਵਾਪਸ ਆਉਂਦੀ, ਮੰਮੀ ਮੈਨੂੰ ਗਰਮ-ਗਰਮ ਚਾਹ ਬਣਾ ਕੇ ਦਿੰਦੀ ਸੀ। ਪਰ ਅੱਜ ਮੈਨੂੰ ਹੈਰਾਨੀ ਹੋ ਰਹੀ ਸੀ ਕਿ ਮੰਮੀ ਮੈਨੂੰ ਕਿਤੇ ਵੀ ਘਰ ਵਿੱਚ ਨਜ਼ਰ ਨਹੀਂ ਆ ਰਹੀ ਸੀ। ਅਚਾਨਕ ਮੈਨੂੰ ਛੱਤ ਤੋਂ ਕਿਸੇ ਦੇ ਚੀਕਣ ਦੀ ਆਵਾਜ਼ ਆਈ। ਮੈਂ ਭੱਜ ਕੇ ਛੱਤ 'ਤੇ ਗਈ। ਮੌਸਮ ਬੜਾ ਖਰਾਬ ਹੋ ਰਿਹਾ ਸੀ। ਬੱਦਲ ਦੇ ਨਾਲ ਹਨੇਰਾ ਛਾ ਗਿਆ ਸੀ। ਫਿਰ ਅਚਾਨਕ ਮੇਰੀ ਨਜ਼ਰ ਮੰਮੀ 'ਤੇ ਪਈ। ਉਹ ਬੇਹੋਸ਼ ਹੋਈ ਪਈ ਸੀ। ਕੋਲ ਹੀ ਮੇਰਾ ਭਰਾ ਖੜਾ ਹੋਇਆ ਸੀ। ਉਸ ਦੀਆਂ ਅੱਖਾਂ ਵਿੱਚ ਗੁੱਸਾ ਸਾਫ਼ ਨਜ਼ਰ ਆ ਰਿਹਾ ਸੀ। ਉਹ ਬਹੁਤ ਗੁੱਸੇ ਵਿੱਚ ਲੱਗ ਰਿਹਾ ਸੀ। ਗੁੱਸੇ ਵਿੱਚ ਉਹ ਮੈਨੂੰ ਕਹਿੰਦਾ ਕਿ ਆਪਣੀ ਮਾਂ ਨੂੰ ਸੰਭਾਲ। ਮੈਨੂੰ ਤਾਂ ਇਹਨੂੰ ਮਾਂ ਕਹਿੰਦੇ ਹੋਏ ਵੀ ਸ਼ਰਮ ਆ ਰਹੀ ਆ। ਮੈਂ ਹੈਰਾਨ ਹੋ ਗਈ ਕਿ ਇਹੋ ਜਿਹਾ ਕੀ ਹੋ ਗਿਆ। ਇਹ ਸੁਣ ਕੇ ਮੈਨੂੰ ਬਹੁਤ ਪਰੇਸ਼ਾਨੀ ਹੋਈ। ਮੇਰੀਆਂ ਅੱਖਾਂ ਵਿੱਚ ਹੰਝੂ ਆ ਰਹੇ ਸੀ। ਉਸ ਸਮੇਂ ਮੈਂ ਮੰਮੀ ਦਾ ਸਿਰ ਚੁੱਕਿਆ ਤਾਂ ਵੇਖਿਆ ਕਿ ਮੰਮੀ ਦੇ ਸਿਰ 'ਤੇ ਖੂਨ ਲੱਗਾ ਹੋਇਆ ਸੀ। ਮੰਮੀ ਇਸ ਦੁਨੀਆ ਤੋਂ ਜਾ ਚੁੱਕੀ ਸੀ। ਮੈਂ ਆਪਣੇ ਮੁਹੱਲੇ ਦੇ ਲੋਕਾਂ ਨੂੰ ਇਕੱਠਾ ਕੀਤਾ। ਉਹਨਾਂ ਨੂੰ ਸਾਰਾ ਕੁਝ ਦੱਸ ਦਿੱਤਾ। ਉਹ ਸਾਰੇ ਲੋਕ ਸਾਡੇ ਘਰ ਆ ਗਏ। ਉਹ ਸਾਰੇ ਚੰਗੀ ਤਰ੍ਹਾਂ ਮੰਮੀ ਨੂੰ ਜਾਣਦੇ ਸੀ, ਕਿਉਂਕਿ 5 ਸਾਲ ਪਹਿਲਾਂ ਹੀ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਸੀ। ਇਸ ਕਰਕੇ ਵੀ ਲੋਕ ਮੰਮੀ ਨੂੰ ਵਿਧਵਾ ਸਮਝ ਕੇ ਬਹੁਤ ਇੱਜ਼ਤ ਤੇ ਮਾਣ ਸਤਿਕਾਰ ਦਿੰਦੇ ਸੀ। ਇਸ ਕਰਕੇ ਉਹ ਸਾਰੇ ਫਟਾਫਟ ਸਾਡੇ ਘਰ ਆ ਗਏ ਤੇ ਉਹਨਾਂ ਨੇ ਐਂਬੂਲੈਂਸ ਬੁਲਾਈ ਤੇ ਮੈਂ ਐਂਬੂਲੈਂਸ ਵਿੱਚ ਆਪਣੀ ਮਾਂ ਦੇ ਨਾਲ ਬੈਠ ਕੇ ਹਸਪਤਾਲ ਚਲੀ ਗਈ। ਰਸਤੇ ਵਿੱਚ ਮੰਮੀ ਦੀਆਂ ਅੱਖਾਂ ਖੁੱਲ੍ਹੀਆਂ। ਉਹ ਕੋਈ ਗੱਲ ਕਰਨਾ ਚਾਹੁੰਦੀ ਸੀ, ਪਰ ਉਹਦੇ ਕੋਲ ਗੱਲ ਨਹੀਂ ਹੋ ਰਹੀ ਸੀ। 10 ਮਿੰਟ ਬਾਅਦ ਅਸੀਂ ਹਸਪਤਾਲ ਪਹੁੰਚ ਗਏ। ਮੰਮੀ ਨੇ ਮਰਦੇ ਟਾਈਮ ਇੱਕੋ ਗੱਲ ਮੈਨੂੰ ਕਹੀ ਕਿ ਆਪਣੇ ਭਰਾ ਦੇ ਨਾਲ ਵਿਆਹ ਕਰ ਲੈਣਾ। ਇਹ ਗੱਲ ਸੁਣ ਕੇ ਮੈਂ ਤਾਂ ਹੈਰਾਨ ਰਹਿ ਗਈ ਕਿ ਮਾਂ ਇਸ ਤਰ੍ਹਾਂ ਕਿਉਂ ਕਹਿ ਰਹੀ ਆ। ਇਹ ਗੱਲ ਸੁਣਨ ਨੂੰ ਤਾਂ ਇਹੀ ਲੱਗਾ ਕਿ ਮਾਂ ਬੇਹੋਸ਼ੀ ਦੀ ਹਾਲਤ ਵਿੱਚ ਇਹ ਸਭ ਕੁਝ ਬੋਲ ਰਹੀ ਆ, ਕਿਉਂਕਿ ਮਰਦੇ ਟਾਈਮ ਕਿਸੇ ਦੀ ਗੱਲ ਦਾ ਭਰੋਸਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਸ ਟਾਈਮ ਉਹ ਆਪਣੇ ਹੋਸ਼-ਹਵਾਸ ਵਿੱਚ ਨਹੀਂ ਹੁੰਦਾ। ਮੈਨੂੰ ਨਹੀਂ ਪਤਾ ਸੀ ਕਿ ਮਾਂ ਇਸ ਤਰ੍ਹਾਂ ਕਿਉਂ ਕਹਿ ਰਹੀ ਆ। ਮੈਨੂੰ ਤੇ ਇਹ ਵੀ ਨਹੀਂ ਪਤਾ ਸੀ ਕਿ ਮਾਂ ਨੇ ਇੱਕ ਵਸੀਅਤ ਵੀ ਲਿਖੀ ਹੋਈ ਆ, ਕਿ ਜਿਸ ਵਿੱਚ ਲਿਖਿਆ ਹੋਇਆ ਹੈ ਕਿ ਮੈਂ ਆਪਣੇ ਭਰਾ ਨਾਲ ਵਿਆਹ ਕਰ ਲਵਾਂ, ਕਿਉਂਕਿ ਮੈਂ ਅਤੇ ਮੇਰਾ ਭਰਾ ਰਵੀ ਇੱਕ ਹੀ ਘਰ ਵਿੱਚ ਪਲ ਕੇ ਵੱਡੇ ਹੋਏ ਹਾਂ। ਜਦੋਂ ਦੀ ਮੈਂ ਆਪਣੀ ਸੁਰਤ ਸੰਭਾਲੀ ਹੈ, ਮੈਂ ਤਾਂ ਉਦੋਂ ਤੋਂ ਦੇਖ ਰਹੀ ਹਾਂ ਕਿ ਰਵੀ ਮੇਰੇ ਤੋਂ ਵੱਡਾ ਹੀ ਸੀ। ਉਹ ਮੈਨੂੰ ਆਪਣੀ ਭੈਣਾਂ ਵਾਂਗ ਹੀ ਪਿਆਰ ਕਰਦਾ ਸੀ। ਉਹ ਮੈਨੂੰ ਹਮੇਸ਼ਾ ਕਹਿੰਦਾ ਕਿ ਤੂੰ ਮੇਰੀ ਭੈਣ ਹੈ। ਸਾਡੇ ਮਾਂ-ਪਿਓ ਨੇ ਸਾਨੂੰ ਬਹੁਤ ਹੀ ਲਾਡ ਪਿਆਰ ਨਾਲ ਰੱਖਿਆ ਸੀ, ਬਲਕਿ ਪਾਪਾ ਤਾਂ ਰਵੀ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਸੀ। ਉਹਨੂੰ ਹਮੇਸ਼ਾ ਆਪਣੀਆਂ ਪਲਕਾਂ 'ਤੇ ਬਿਠਾ ਕੇ ਰੱਖਦੇ ਸੀ। ਇਸ ਕਰਕੇ ਰਵੀ ਬਹੁਤ ਜ਼ਿਆਦਾ ਲਾਡਲਾ ਬਣ ਗਿਆ ਸੀ। ਪਰ ਅੱਜ ਜੋ ਕੁਝ ਵੀ ਹੋਇਆ, ਇਹ ਕਿਉਂ ਹੋਇਆ? ਮਾਂ ਨੂੰ ਰਵੀ ਨੇ ਕਿਉਂ ਥੱਲੇ ਸੁੱਟਿਆ ਤੇ ਮਾਂ ਮੈਨੂੰ ਰਵੀ ਦੇ ਨਾਲ ਵਿਆਹ ਕਰਨ ਬਾਰੇ ਕਿਉਂ ਕਹਿ ਰਹੀ ਆ? ਇਹ ਗੱਲ ਸੋਚ ਕੇ ਮੇਰਾ ਦਿਮਾਗ ਖਰਾਬ ਹੋ ਰਿਹਾ ਸੀ। ਮੇਰੇ ਲੂੰ ਕੰਢੇ ਖੜੇ ਹੋ ਰਹੇ ਸੀ। ਮੇਰੇ ਦਿਮਾਗ ਵਿੱਚ ਕਈ ਸਵਾਲ ਉੱਠ ਰਹੇ ਸੀ। ਮੈਂ ਸਮਝ ਨਹੀਂ ਪਾ ਰਹੀ ਸੀ ਕਿ ਆਖਰ ਇਹ ਜੋ ਕੁਝ ਵੀ ਹੋਇਆ ਕਿਉਂ ਹੋਇਆ। ਇਸ ਦੇ ਪਿੱਛੇ ਕੀ ਹੋ ਸਕਦਾ ਹੈ, ਜਿਸ ਦੇ ਪਿੱਛੇ ਕੋਈ ਕਹਾਣੀ ਹੈ ਜਿਹੜੀ ਮੈਨੂੰ ਪਤਾ ਨਹੀਂ। ਮਾਂ ਦੇ ਸਿਰਹਾਣੇ ਬੈਠੀ ਦੇ ਮੇਰੇ ਦਿਮਾਗ 'ਚ ਕਈ ਸਵਾਲ ਉੱਠ ਰਹੇ ਸੀ, ਪਰ ਉਹਨਾਂ ਦਾ ਕੋਈ ਜਵਾਬ ਮਿਲ ਨਹੀਂ ਰਿਹਾ ਸੀ। ਇੱਥੋਂ ਤੱਕ ਕਿ ਦੁਪਹਿਰ ਤੋਂ ਲੈ ਕੇ ਸ਼ਾਮ ਹੋ ਗਈ। ਮਾਂ ਦੀ ਮੌਤ ਵੀ ਹੋ ਗਈ ਸੀ। ਮਾਂ ਦੀ ਮੌਤ ਤੋਂ ਬਾਅਦ ਮੈਨੂੰ ਇੰਝ ਲੱਗਿਆ ਜਿਵੇਂ ਮੈਂ ਇਸ ਦੁਨੀਆ 'ਤੇ ਇਕੱਲੀ ਰਹਿ ਗਈ ਹਾਂ। ਹੁਣ ਤੇ ਬਸ ਮੈਨੂੰ ਇੱਕ ਆਪਣੇ ਭਰਾ ਦਾ ਹੀ ਸਹਾਰਾ ਰਹਿ ਗਿਆ ਸੀ। ਮਾਂ ਦਾ ਸਰੀਰ ਬਿਲਕੁਲ ਠੰਡਾ ਹੋਣ ਤੋਂ ਬਾਅਦ ਹਸਪਤਾਲ ਵਿੱਚੋਂ ਮੈਨੂੰ ਛੁੱਟੀ ਦੇ ਦਿੱਤੀ ਗਈ ਤੇ ਮੈਂ ਮਾਂ ਦੀ ਲਾਸ਼ ਨੂੰ ਲੈ ਕੇ ਘਰ ਵਾਪਸ ਆ ਗਈ। ਮੇਰਾ ਭਰਾ ਘਰ ਵਿੱਚ ਨਹੀਂ ਸੀ। ਸ਼ਾਇਦ ਉਹ ਇਸ ਕਰਕੇ ਘਰੋਂ ਭੱਜ ਗਿਆ ਹੋਵੇ, ਕਿਉਂਕਿ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਕਿ ਰਵੀ ਨੇ ਹੀ ਆਪਣੀ ਮਾਂ ਨੂੰ ਮਾਰਿਆ ਹੈ। ਘਰ ਵਿੱਚ ਮੈਂ ਇਕੱਲੀ ਰਹਿ ਗਈ ਸੀ। ਮਾਂ ਦੇ ਸੰਸਕਾਰ ਤੋਂ ਬਾਅਦ ਕੁਝ ਦੇਰ ਬਾਅਦ ਮੈਨੂੰ ਹੋਸ਼ ਆਈ ਕਿ ਮਾਂ ਇਸ ਦੁਨੀਆ ਤੋਂ ਜਾ ਚੁੱਕੀ ਹੈ। ਰੋ ਕੇ ਮੇਰਾ ਬੁਰਾ ਹਾਲ ਹੋ ਚੁੱਕਿਆ ਸੀ। ਮਾਂ ਦੀ ਮੌਤ ਤੋਂ 4 ਦਿਨ ਬਾਅਦ ਰਵੀ ਵਾਪਸ ਘਰ ਆਇਆ। ਕਿਸੇ ਨੇ ਉਸ ਨੂੰ ਕੁਝ ਨਾ ਕਿਹਾ, ਕਿਉਂਕਿ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਰਵੀ ਆਪਣੀ ਮਾਂ ਨਾਲ ਇਸ ਤਰ੍ਹਾਂ ਕਰ ਸਕਦਾ ਹੈ। ਫਿਰ ਇੱਕ ਅਜੀਬ ਜਿਹਾ ਵਾਕਿਆ ਮੇਰੇ ਸਾਹਮਣੇ ਆਇਆ, ਜਿਸ ਨੇ ਇਹ ਸਾਰੀ ਕਹਾਣੀ ਮੇਰੇ ਸਾਹਮਣੇ ਖੋਲ੍ਹ ਕੇ ਰੱਖ ਦਿੱਤੀ ਤੇ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੈਨੂੰ ਆਪਣੇ ਭਰਾ ਰਵੀ ਦੇ ਨਾਲ ਵੀ ਹੀ ਵਿਆਹ ਕਰਨਾ ਪਵੇਗਾ।
ਮਾਂ ਦੇ ਭੋਗ ਤੋਂ ਬਾਅਦ ਮੇਰੀ ਮਾਸੀ ਮੇਰੇ ਘਰ ਆਈ ਤੇ ਉਹ ਮੈਨੂੰ ਕਹਿਣ ਲੱਗੀ ਕਿ ਹੁਣ ਤੂੰ ਆਪਣੀ ਮਾਂ ਤੋਂ ਬਿਨਾਂ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਾਰੇਂਗੀ। ਮੈਂ ਆਪਣੀ ਮਾਸੀ ਨੂੰ ਕਿਹਾ ਕਿ ਇਹਦੇ ਵਿੱਚ ਜ਼ਿੰਦਗੀ ਗੁਜ਼ਾਰਨ ਵਾਲੀ ਕਿਹੜੀ ਗੱਲ ਆ, ਮੈਂ ਪਹਿਲਾਂ ਵੀ ਜ਼ਿੰਦਗੀ ਗੁਜ਼ਾਰ ਹੀ ਰਹੀ ਸੀ ਤੇ ਹੁਣ ਵੀ ਜ਼ਿੰਦਗੀ ਗੁਜ਼ਾਰ ਲਵਾਂਗੀ। ਮੈਂ ਕਿਹਾ ਮਾਸੀ ਤੁਸੀਂ ਸਾਫ਼-ਸਾਫ਼ ਦੱਸੋ, ਤੁਸੀਂ ਕਹਿਣਾ ਕੀ ਚਾਹੁੰਦੇ ਹੋ। ਮਾਸੀ ਥੋੜ੍ਹਾ ਜਿਹਾ ਮੁਸਕਰਾਈ ਤੇ ਕਹਿਣ ਲੱਗੀ, ਵੇਖ ਬੇਟਾ, ਜਦੋਂ ਮਾਂ ਇਸ ਦੁਨੀਆ ਤੋਂ ਚਲੀ ਜਾਵੇ ਤੇ ਪਿਓ ਦਾ ਸਾਇਆ ਵੀ ਸਿਰ 'ਤੇ ਨਾ ਰਹੇ ਤਾਂ ਬੱਚਿਆਂ ਨੂੰ ਵਿਆਹ ਕਰ ਲੈਣਾ ਚਾਹੀਦਾ ਹੈ। ਮੈਂ ਕਿਹਾ ਮਾਸੀ ਤੁਸੀਂ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ, ਮੰਮੀ ਨੂੰ ਗਏ ਹੋਏ ਹਜੇ ਦਿਨ ਹੀ ਕਿੰਨੇ ਹੋਏ ਆ ਕਿ ਮੈਂ ਆਪਣੇ ਵਿਆਹ ਦੀ ਗੱਲ ਛੇੜ ਕੇ ਬਹਿ ਜਾਵਾਂ। ਮਾਸੀ ਕਹਿਣ ਲੱਗੀ ਕਿ ਵਿਆਹ ਦੀ ਗੱਲ ਤੂੰ ਨਹੀਂ ਕਰੇਂਗੀ ਪਰ ਅਸੀਂ ਤਾਂ ਕਰ ਸਕਦੇ ਹਾਂ। ਮਾਸੀ ਕਹਿਣ ਲੱਗੀ ਕਿ ਤੂੰ ਰਵੀ ਦੇ ਨਾਲ ਵਿਆਹ ਕਰੇਂਗੀ। ਮੈਂ ਕੰਨਾਂ ਨੂੰ ਹੱਥ ਲਾ ਕੇ ਕਹਿਣ ਲੱਗੀ ਕਿ ਮਾਸੀ ਤੁਸੀਂ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ, ਰਵੀ ਤਾਂ ਮੇਰਾ ਭਰਾ ਆ। ਪਹਿਲਾਂ ਤਾਂ ਤੁਸੀਂ ਕਹਿੰਦੇ ਸੀ ਕਿ ਰਵੀ ਵਾਸਤੇ ਬਹੁਤ ਸੋਹਣੀ ਕੁੜੀ ਲੱਭਣੀ ਆ ਤੇ ਹੁਣ ਤੁਸੀਂ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ। ਮਾਸੀ ਬੋਲੀ, ਤੇਰਾ ਵਿਆਹ ਰਵੀ ਦੇ ਨਾਲ ਹੀ ਹੋਵੇਗਾ ਕਿਉਂਕਿ ਤੇਰੀ ਮਾਂ ਵਸੀਅਤ ਕਰਕੇ ਗਈ ਆ। ਮੈਂ ਹੈਰਾਨ ਹੋ ਕੇ ਪੁੱਛਿਆ ਕਿ ਤੁਹਾਨੂੰ ਕਿੱਦਾਂ ਪਤਾ ਕਿ ਮੇਰੀ ਮਾਂ ਵਸੀਅਤ ਕਰਕੇ ਗਈ ਆ। ਇਹ ਗੱਲ ਤਾਂ ਮਾਂ ਨੇ ਮੈਨੂੰ ਐਂਬੂਲੈਂਸ ਵਿੱਚ ਜਾਂਦਿਆਂ ਦੱਸੀ ਸੀ। ਇਹ ਸੁਣ ਕੇ ਮਾਸੀ ਬੋਲੀ, ਵੇਖਿਆ ਤੇਰੀ ਮਾਂ ਵੀ ਇਹੀ ਚਾਹੁੰਦੀ ਸੀ, ਫਿਰ ਤੂੰ ਇਸ ਗੱਲ ਤੋਂ ਇਨਕਾਰ ਕਿਸ ਤਰ੍ਹਾਂ ਕਰ ਸਕਦੀ ਆ। ਮੈਂ ਮਾਸੀ ਦੀ ਗੱਲ ਸੁਣ ਕੇ ਪਰੇਸ਼ਾਨ ਹੋ ਗਈ, ਪਰ ਮਾਸੀ ਮੈਂ ਇਵੇਂ ਦਾ ਕਦੀ ਵੀ ਨਹੀਂ ਹੋਣ ਦੇਵਾਂਗੀ। ਤੁਸੀਂ ਮੈਨੂੰ ਇਸ ਗੁਨਾਹ ਵਿੱਚ ਕਿਉਂ ਧੱਕਾ ਦੇ ਰਹੇ ਹੋ। ਮੈਂ ਆਪਣੇ ਭਰਾ ਨਾਲ ਵਿਆਹ ਕਿਸ ਤਰ੍ਹਾਂ ਕਰ ਸਕਦੀ ਹਾਂ, ਇਹ ਕਿਸ ਤਰ੍ਹਾਂ ਮੁਮਕਿਨ ਹੋ ਸਕਦਾ ਹੈ। ਮੈਂ ਤੇ ਰਵੀ ਇੱਕ ਹੀ ਘਰ ਵਿੱਚ ਪਲੇ ਵੱਡੇ ਹੋਏ ਹਾਂ, ਇੱਕ ਹੀ ਪਿਓ ਦੀ ਔਲਾਦ ਹਾਂ ਤੇ ਇੱਕ ਹੀ ਮਾਂ ਦੀ ਕੁੱਖੋਂ ਅਸੀਂ ਜਨਮ ਲਿਆ ਆ। ਫਿਰ ਕਿਉਂ ਤੁਸੀਂ ਇਹੋ ਜਿਹੀਆਂ ਗੱਲਾਂ ਕਰਕੇ ਮੇਰਾ ਦਿਲ ਜਲਾ ਰਹੇ ਹੋ, ਕਿਉਂ ਮੈਨੂੰ ਇਹੋ ਜਿਹੀ ਅਜ਼ਮਾਇਸ਼ ਵਿੱਚ ਪਾ ਰਹੇ ਹੋ ਕਿ ਮੈਨੂੰ ਗੁੱਸਾ ਆ ਜਾਵੇ। ਮੇਰੀ ਗੱਲ ਸੁਣ ਕੇ ਮਾਸੀ ਚੁੱਪ ਹੋ ਗਈ। ਰਵੀ ਦੇ ਨਾਲ ਵਿਆਹ ਬਿਲਕੁਲ ਜਾਇਜ਼ ਹੈ। ਜੇ ਤੈਨੂੰ ਨਹੀਂ ਯਕੀਨ ਆਉਂਦਾ ਤਾਂ ਮੈਂ ਤੈਨੂੰ ਸਾਰਾ ਕੁਝ ਦੱਸ ਦੂੰਗੀ, ਪਰ ਹਜੇ ਮੇਰੇ ਕੋਲ ਟਾਈਮ ਨਹੀਂ ਹੈ। ਹਜੇ ਮੇਰੇ ਕੋਲ ਬਿਲਕੁਲ ਟਾਈਮ ਨਹੀਂ ਆ ਕਿ ਮੈਂ ਤੈਨੂੰ ਸਾਰਾ ਕੁਝ ਦੱਸ ਦੇਵਾਂ। ਜਦੋਂ ਤੈਨੂੰ ਪਤਾ ਲੱਗੇਗਾ ਤੇ ਤੈਨੂੰ ਵੀ ਅਫਸੋਸ ਹੋਵੇਗਾ। ਚਲੋ ਹੁਣ ਮੈਂ ਚੱਲਦੀ ਹਾਂ, ਬਹੁਤ ਦੇਰ ਹੋ ਗਈ ਆ। ਮੈਂ ਤੇਰੇ ਵਿਆਹ ਦੀਆਂ ਤਿਆਰੀਆਂ ਵੀ ਕਰਨੀਆਂ ਨੇ ਤੇ ਮਾਂ ਬਾਹਰ ਖੜੀ ਹੈ, ਉਹ ਮੈਨੂੰ ਹੋਰ ਵੀ ਕਿਤੇ ਜਾਣ ਦਾ ਕਹਿ ਰਹੀ ਸੀ। ਮੈਂ ਤੇ ਬਸ ਤੈਨੂੰ ਇਹ ਕਹਿਣ ਆਈ ਸੀ ਕਿ ਤੂੰ ਤਿਆਰ ਰਹਿਣਾ, ਬਾਕੀ ਗੱਲ ਮੈਂ ਤੇਰੇ ਨਾਲ ਬਾਅਦ ਵਿੱਚ ਕਰੂੰਗੀ। ਮਾਸੀ ਇਹ ਸਭ ਕਹਿ ਕੇ ਤਾਂ ਚਲੀ ਗਈ। ਮੇਰਾ ਦਿਮਾਗ ਪਰੇਸ਼ਾਨੀ ਨਾਲ ਫਟਿਆ ਜਾ ਰਿਹਾ ਸੀ। ਥੋੜ੍ਹੀ ਦੇਰ ਬਾਅਦ ਕਿਸੇ ਨੇ ਦਰਵਾਜ਼ਾ ਖੜਕਾਇਆ। ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤੇ ਸਾਹਮਣੇ ਰਵੀ ਖਲੋਤਾ ਹੋਇਆ ਸੀ। ਉਹਦੀਆਂ ਅੱਖਾਂ ਵਿੱਚ ਅਜੀਬ ਜਿਹੀ ਹੈਵਾਨੀਅਤ ਵੇਖ ਕੇ ਮੈਂ ਡਰ ਗਈ, ਪਰ ਮੈਂ ਇੱਕ ਹੀ ਸਾਹ ਵਿੱਚ ਉਸ ਨੂੰ ਪੁੱਛਿਆ ਕਿ ਰਵੀ, ਮੰਮੀ ਜਿਹੜੀ ਵਸੀਅਤ ਲਿਖ ਕੇ ਗਈ ਆ, ਕੀ ਤੈਨੂੰ ਉਸ ਵਸੀਅਤ ਬਾਰੇ ਪਤਾ ਆ। ਹਾਂ ਗੁੜੀਆ, ਮੈਨੂੰ ਸਭ ਪਤਾ ਆ ਕਿ ਉਹ ਪਾਗਲ ਔਰਤ ਕੀ ਲਿਖ ਕੇ ਗਈ ਆ, ਇਸੇ ਲਈ ਤਾਂ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋਇਆ। ਕੀ ਤੂੰ ਜਾਣਦੀ ਹੈ। ਰਵੀ ਸਾਹਮਣੇ ਸੋਫੇ 'ਤੇ ਬੈਠਾ ਹੋਇਆ ਬੋਲਿਆ, ਆਪਣੀ ਮਾਂ ਇੱਕ ਚਰਿੱਤਰਹੀਣ ਔਰਤ ਸੀ। ਰਵੀ ਮੂੰਹ 'ਚੋਂ ਜ਼ਹਿਰ ਉਗਲਣ ਲੱਗਾ। ਇਹ ਤੂੰ ਕਿਵੇਂ ਕਹਿ ਸਕਦਾ ਹੈ। ਕਮ ਸੇ ਕਮ ਮਾਂ ਦੇ ਬਾਰੇ ਇਹੋ ਜਿਹੀਆਂ ਗੱਲਾਂ ਤੇ ਨਾ ਕਰ। ਜਦੋਂ ਦੀ ਪਿਤਾ ਜੀ ਦੀ ਮੌਤ ਹੋਈ ਆ, ਮਾਂ ਨੇ ਕਦੀ ਵੀ ਕਿਸੇ ਵੱਲ ਅੱਖ ਚੁੱਕ ਕੇ ਨਹੀਂ ਵੇਖਿਆ। ਉਹ ਦੂਜਾ ਵਿਆਹ ਵੀ ਤਾਂ ਕਰਾ ਸਕਦੀ ਸੀ, ਪਰ ਨਹੀਂ, ਉਹ ਕਦੀ ਵੀ ਸੱਜੀ ਸਵਰੀ ਵੀ ਨਹੀਂ ਸੀ। ਕੀ ਤੂੰ ਹੀ ਮਾਂ ਨੂੰ ਧੱਕਾ ਦਿੱਤਾ ਆ। ਕੀ ਇਹ ਗੱਲ ਸੱਚ ਆ। ਮੈਨੂੰ ਤਾਂ ਇਸ ਗੱਲ 'ਤੇ ਯਕੀਨ ਨਹੀਂ ਆ ਰਿਹਾ। ਉਸ ਟਾਈਮ ਮੈਨੂੰ ਇਸ ਤਰ੍ਹਾਂ ਲੱਗਿਆ ਸੀ ਕਿ ਇਹ ਇੱਕ ਇਤਫਾਕ ਆ। ਭਲਾ ਤੂੰ ਮਾਂ ਦੀ ਜਾਨ ਕਿਵੇਂ ਲੈ ਸਕਦਾ ਆ। ਮੇਰੀ ਗੱਲ ਸੁਣ ਕੇ ਰਵੀ ਨੇ ਮੈਨੂੰ ਅਜੀਬ ਜਿਹੀਆਂ ਨਜ਼ਰਾਂ ਨਾਲ ਵੇਖਿਆ ਤੇ ਬੋਲਿਆ ਕਿ ਮਾਂ ਨਾਲ ਜੋ ਵੀ ਹੋਇਆ ਹੈ ਚੰਗਾ ਹੀ ਹੋਇਆ ਆ। ਉਹ ਔਤ ਹਿੱਸੇ ਦੀ ਹੱਕਦਾਰ ਸੀ। ਉਹਦੇ ਨਾਲ ਇਸ ਤਰ੍ਹਾਂ ਕਰਨਾ ਮੇਰੀ ਇੱਕ ਮਜਬੂਰੀ ਸੀ। ਇਹ ਸੁਣ ਕੇ ਮੈਂ ਆਪਣੀ ਜਗ੍ਹਾ ਤੋਂ ਉੱਠ ਖੜੀ ਹੋਈ ਤੇ ਉੱਚੀ ਉੱਚੀ ਚੀਕਣ ਲੱਗ ਪਈ ਕਿ ਤੂੰ ਇਹ ਕੀ ਕਹਿ ਰਿਹਾ ਆ। ਤੂੰ ਇਸ ਤਰ੍ਹਾਂ ਕਿੱਦਾਂ ਕਰ ਸਕਦਾ ਆ। ਜੇ ਤੂੰ ਆਪਣੀ ਮਾਂ ਦੀ ਜਾਨ ਲੈ ਸਕਦਾ ਹੈ ਤਾਂ ਇਸ ਦਾ ਮਤਲਬ ਮੈਨੂੰ ਵੀ ਤੇਰੇ ਤੋਂ ਖਤਰਾ ਆ। ਕੀ ਤੂੰ ਪਾਗਲ ਤਾਂ ਨਹੀਂ ਹੋ ਗਿਆ। ਮੇਰੀ ਗੱਲ ਸੁਣ ਕੇ ਰਵੀ ਅੱਖਾਂ ਝੁਕਾ ਕੇ ਬੋਲਿਆ ਕਿ ਇਹੋ ਜਿਹੀ ਗੱਲ ਨਹੀਂ ਆ ਗੁੜੀਆ, ਤੇ ਨਾ ਹੀ ਮੈਂ ਪਾਗਲ ਆ। ਇੱਕ ਹਫ਼ਤਾ ਹੋ ਗਿਆ ਸੀ ਮੈਂ ਰੋਜ਼ ਵੇਖਦਾ ਸੀ ਕਿ ਮਾਂ ਤਿਆਰ ਹੋ ਕੇ ਛੱਤ 'ਤੇ ਜਾਂਦੀ ਸੀ। ਮੈਂ ਸੋਚਦਾ ਸੀ ਕਿ ਮਾਂ ਤਿਆਰ ਹੋ ਕੇ ਛੱਤ 'ਤੇ ਕਿਉਂ ਜਾਂਦੀ ਆ। ਜਦੋਂ ਮੈਂ ਵੇਖਦਾ ਮਾਂ ਕਿਸੇ ਨਾਲ ਗੱਲ ਕਰ ਰਹੀ ਹੁੰਦੀ ਸੀ, ਪਰ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕਿਸ ਨਾਲ ਗੱਲ ਕਰਦੀ ਹੈ। ਇੱਕ ਦਿਨ ਰਾਤ ਦਾ ਟਾਈਮ ਸੀ, ਤੈਨੂੰ ਯਾਦ ਆ ਜਿਸ ਦਿਨ ਮੈਂ ਤੈਨੂੰ ਕਿਹਾ ਸੀ ਕਿ ਮੈਂ ਇਮਤਿਹਾਨ ਦੀ ਤਿਆਰੀ ਕਰਨੀ ਆ ਤੇ ਅੱਜ ਮੈਂ ਦੇਰ ਰਾਤ ਤੱਕ ਜਾਗੂੰਗਾ, ਕਿ ਮੇਰੇ ਲਈ ਤੂੰ ਚਾਹ ਬਣਾ ਕੇ ਲਿਆ।
ਹਾਂ, ਮੈਨੂੰ ਯਾਦ ਆ। ਮੈਂ ਆਪਣੇ ਦਿਮਾਗ 'ਤੇ ਜ਼ੋਰ ਪਾਉਂਦਿਆਂ ਜਵਾਬ ਦਿੱਤਾ। ਉਸੇ ਰਾਤ ਮੈਂ ਛੱਤ 'ਤੇ ਗਿਆ ਸੀ। ਮੈਨੂੰ ਗਰਮੀ ਲੱਗ ਰਹੀ ਸੀ। ਤੂੰ ਜਾਣਦੀ ਆ ਉਸ ਰਾਤ ਕੀ ਹੋਇਆ ਸੀ? ਕੀ ਹੋਇਆ ਸੀ? ਮੈਂ ਪਰੇਸ਼ਾਨ ਹੋ ਕੇ ਪੁੱਛਿਆ। ਮੈਂ ਪੌੜੀਆਂ ਚੜ੍ਹ ਰਿਹਾ ਸੀ ਤਾਂ ਮਾਂ ਕਿਸੇ ਨਾਲ ਗੱਲ ਕਰ ਰਹੀ ਸੀ, ਪਰ ਉਹ ਫੋਨ 'ਤੇ ਨਹੀਂ ਬਲਕਿ ਆਮੋ ਸਾਹਮਣੇ ਕਿਸੇ ਨਾਲ ਗੱਲ ਕਰ ਰਹੀ ਸੀ। ਇਹ ਸਭ ਵੇਖ ਕੇ ਮੈਨੂੰ ਤੇ ਅੱਗ ਲੱਗ ਗਈ। ਮੈਂ ਉਸੇ ਟਾਈਮ ਜਾ ਕੇ ਮਾਂ ਨੂੰ ਫੜ ਲਿਆ। ਮੈਂ ਕਿਹਾ, ਮਾਂ ਤੂੰ ਇਸ ਟਾਈਮ ਕੀ ਕਰ ਰਹੀ ਆ? ਤੇਰੇ ਨਾਲ ਕੌਣ ਗੱਲਾਂ ਕਰ ਰਿਹਾ ਆ? ਇਹ ਸੁਣ ਕੇ ਮਾਂ ਨੇ ਮੈਨੂੰ ਜ਼ੋਰਦਾਰ ਥੱਪੜ ਮਾਰਿਆ ਤੇ ਮੈਨੂੰ ਕਹਿਣ ਲੱਗੀ ਕਿ ਤੂੰ ਇਸ ਗੱਲ ਵਿੱਚ ਦਖਲਅੰਦਾਜ਼ੀ ਨਾ ਕਰ। ਤੈਨੂੰ ਜਿੰਨਾ ਕਿਹਾ ਜਾਵੇ ਓਨਾ ਕੰਮ ਕਰਿਆ ਕਰ। ਤੂੰ ਹਮੇਸ਼ਾ ਮੇਰੇ ਪਿੱਛੇ ਕਿਉਂ ਪਿਆ ਰਹਿਣਾ ਆ? ਮੇਰੀ ਆਪਣੀ ਵੀ ਕੋਈ ਜ਼ਿੰਦਗੀ ਆ। ਮਾਂ ਦੇ ਹੱਥੋਂ ਥੱਪੜ ਖਾ ਕੇ ਮੈਨੂੰ ਬਹੁਤ ਜ਼ਿਆਦਾ ਬੁਰਾ ਲੱਗਿਆ ਤੇ ਗੁੱਸਾ ਵੀ ਲੱਗਿਆ। ਮੈਨੂੰ ਲੱਗਾ ਕਿ ਸ਼ਾਇਦ ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ। ਤੇ ਅਗਲੇ ਦਿਨ ਮੈਂ ਇਹ ਸੋਚਣ ਲੱਗਾ ਕਿ ਜੇ ਮਾਂ ਇਸੇ ਤਰ੍ਹਾਂ ਦੀਆਂ ਹਰਕਤਾਂ ਕਰਦੀ ਰਹੀ ਤਾਂ ਅਸੀਂ ਬਦਨਾਮ ਹੋ ਜਾਵਾਂਗੇ। ਸ਼ਾਮ ਦਾ ਟਾਈਮ ਸੀ ਜਦੋਂ ਮਾਂ ਦੁਬਾਰਾ ਛੱਤ 'ਤੇ ਚਲੀ ਗਈ। ਮੈਂ ਆਪਣੇ ਕਮਰੇ ਵਿੱਚ ਬੈਠਾ ਤੇਰਾ ਇੰਤਜ਼ਾਰ ਕਰ ਰਿਹਾ ਸੀ ਕਿ ਜਦੋਂ ਤੂੰ ਆਏਂਗੀ ਤੇ ਆਪਾਂ ਰਲ ਕੇ ਖਾਣਾ ਖਾਵਾਂਗੇ। ਰਵੀ ਇਹ ਸਾਰੀਆਂ ਗੱਲਾਂ ਕਰ ਰਿਹਾ ਸੀ। ਫਿਰ ਮੈਂ ਰਵੀ ਨੂੰ ਕਿਹਾ ਕਿ ਤੂੰ ਮੈਨੂੰ ਇਹ ਦੱਸ ਕਿ ਤੂੰ ਮਾਂ ਨੂੰ ਧੱਕਾ ਕਿਉਂ ਦਿੱਤਾ? ਰਵੀ ਰੋਂਦਾ ਹੋਇਆ ਬੋਲਿਆ ਕਿ ਮੈਂ ਮਾਂ ਨੂੰ ਧੱਕਾ ਜਾਣਬੁੱਝ ਕੇ ਨਹੀਂ ਦਿੱਤਾ। ਜਦੋਂ ਮਾਂ ਛੱਤ 'ਤੇ ਗਈ ਤਾਂ ਮੈਂ ਉਹਨਾਂ ਦੇ ਪਿੱਛੇ ਗਿਆ। ਮਾਂ ਕਿਸੇ ਮਰਦ ਨਾਲ ਅਜੀਬ ਜਿਹੀਆਂ ਗੱਲਾਂ ਕਰ ਰਹੀ ਸੀ। ਤੇ ਹੁਣ ਮੈਂ ਤੇਰੇ ਨਾਲ ਵਿਆਹ ਕਰ ਸਕਦੀ ਹਾਂ। ਹੁਣ ਕੋਈ ਰੁਕਾਵਟ ਵੀ ਨਹੀਂ ਆ। ਮੈਨੂੰ ਇਸ ਜ਼ਮਾਨੇ ਨੇ ਬਹੁਤ ਕੁਝ ਸਿਖਾ ਦਿੱਤਾ। ਵੈਸੇ ਵੀ ਤੇਰੀ ਬਹੁਤ ਜ਼ਰੂਰਤ ਆ। ਇਹ ਗੱਲਾਂ ਸੁਣ ਕੇ ਮੈਂ ਮਾਂ ਦੇ ਬਿਲਕੁਲ ਕੋਲ ਚਲਾ ਗਿਆ। ਜਦੋਂ ਮਾਂ ਨੇ ਪਿੱਛੇ ਮੁੜ ਕੇ ਵੇਖਿਆ, ਮੇਰੇ ਵੱਲ ਵੇਖਿਆ ਤਾਂ ਮੈਨੂੰ ਗੁੱਸੇ ਨਾਲ ਘੂਰਨ ਲੱਗੀ ਤੇ ਮੈਨੂੰ ਕਹਿਣ ਲੱਗੀ ਕਿ ਤੂੰ ਥੱਲੇ ਚਲਿਆ ਜਾ। ਕਿਉਂ ਹਰ ਵਕਤ ਮੇਰਾ ਪਿੱਛਾ ਕਰਦਾ ਰਹਿਣਾ ਆ? ਮਾਂ, ਤੂੰ ਕਿਸ ਨਾਲ ਵਿਆਹ ਦੀ ਗੱਲ ਕਰ ਰਹੀ ਸੀ? ਮੈਨੂੰ ਫੋਨ ਦਿਖਾ। ਉਹ ਕੌਣ ਆ ਜਿਹਦੇ ਨਾਲ ਵਿਆਹ ਕਰਕੇ ਤੂੰ ਸਾਡੇ ਬਾਪ ਦੀ ਇੱਜ਼ਤ ਨੂੰ ਤਾਰ-ਤਾਰ ਕਰਨ 'ਤੇ ਲੱਗੀ ਹੋਈ ਆ? ਜਦੋਂ ਮੈਂ ਮਾਂ ਕੋਲੋਂ ਫੋਨ ਖੋਇਆ ਤਾਂ ਮਾਂ ਨੇ ਮੇਰੇ ਕੋਲੋਂ ਫੋਨ ਖੋਹਣ ਦੀ ਕੋਸ਼ਿਸ਼ ਕੀਤੀ। ਉਸੇ ਵਕਤ ਮਾਂ ਨੂੰ ਧੱਕਾ ਵੱਜ ਗਿਆ ਤੇ ਉਹ ਥੱਲੇ ਡਿੱਗ ਪਈ। ਮੇਰਾ ਮਾਂ ਨੂੰ ਮਾਰਨ ਦਾ ਕੋਈ ਇਰਾਦਾ ਨਹੀਂ ਸੀ। ਜੋ ਵੀ ਹੋਇਆ ਉਹਦੇ ਨਾਲ ਚੰਗਾ ਹੀ ਹੋਇਆ। ਸ਼ਾਇਦ ਰੱਬ ਨੇ ਉਸ ਨੂੰ ਇਹੀ ਸਬਕ ਸਿਖਾਉਣਾ ਸੀ। ਤੈਨੂੰ ਪਹਿਲਾਂ ਮਾਂ ਕੋਲੋਂ ਪੁੱਛ ਲੈਣਾ ਚਾਹੀਦਾ ਸੀ ਕਿ ਉਹ ਕੌਣ ਆ। ਤੈਨੂੰ ਫੋਨ ਨਹੀਂ ਖੋਹਣਾ ਚਾਹੀਦਾ ਸੀ। ਤੇ ਵੇਖ ਰੱਬ ਨੇ ਮਾਂ ਦਾ ਪਰਦਾ ਕਿਸ ਤਰ੍ਹਾਂ ਰੱਖਿਆ ਕਿ ਉਹ ਫੋਨ ਵੀ ਮਾਂ ਦੇ ਨਾਲ ਹੀ ਟੁੱਟ ਗਿਆ ਤੇ ਤੂੰ ਕੁਝ ਵੀ ਨਹੀਂ ਜਾਣ ਸਕਿਆ। ਮੇਰੀ ਗੱਲ ਸੁਣ ਕੇ ਰਵੀ ਪਛਤਾਉਣ ਲੱਗਾ ਤੇ ਕਹਿਣ ਲੱਗਾ ਕਿ ਤੂੰ ਠੀਕ ਕਹਿ ਰਹੀ ਆ। ਮੈਨੂੰ ਹਜੇ ਤੱਕ ਪਤਾ ਨਹੀਂ ਲੱਗਿਆ ਕਿ ਮਾਂ ਕਿਸ ਨਾਲ ਗੱਲ ਕਰ ਰਹੀ ਸੀ। ਜੇ ਤੈਨੂੰ ਕੁਝ ਪਤਾ ਲੱਗੇ ਤਾਂ ਮੈਨੂੰ ਜ਼ਰੂਰ ਦੱਸਣਾ। ਫਿਰ ਮੈਂ ਕਿਹਾ ਕਿ ਮਾਂ ਨੇ ਜੋ ਵਸੀਅਤ ਲਿਖੀ ਆ ਉਹ ਬਹੁਤ ਅਜੀਬ ਆ। ਹਾਂ, ਮੈਂ ਵੀ ਉਹ ਵਸੀਅਤ ਵੇਖੀ ਆ, ਪਰ ਤੂੰ ਫਿਕਰ ਨਾ ਕਰ। ਇਹੋ ਜਿਹੀਆਂ ਗੱਲਾਂ ਤਾਂ ਕੋਈ ਪਾਗਲ ਕਰ ਸਕਦਾ ਹੈ। ਕੀ ਪਤਾ ਗੁੜੀਆ ਮਾਂ ਨੂੰ ਦਿਮਾਗੀ ਬਿਮਾਰੀ ਹੋਵੇ ਕੋਈ। ਕੀ ਪਤਾ ਉਹ ਖੁਦ ਨਾਲ ਹੀ ਗੱਲਾਂ ਕਰਦੀ ਰਹਿੰਦੀ ਹੋਵੇ। ਇਹ ਕਹਿ ਕੇ ਰਵੀ ਰੋਣ ਲੱਗ ਪਿਆ। ਕਹਿਣ ਲੱਗਾ ਕਿ ਮੈਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਹੈ। ਮੈਂ ਰਵੀ ਨੂੰ ਕਿਹਾ ਕਿ ਤੂੰ ਫਿਕਰ ਨਾ ਕਰ। ਤੂੰ ਜੋ ਵੀ ਕੀਤਾ ਉਹ ਹੁਣ ਗੁਜ਼ਰ ਚੁੱਕਿਆ ਹੈ। ਮਾਂ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੀ ਹੈ। ਜੋ ਕਿਸਮਤ ਵਿੱਚ ਲਿਖਿਆ ਸੀ ਉਹ ਹੋ ਗਿਆ। ਹੁਣ ਪਰੇਸ਼ਾਨ ਹੋ ਕੇ ਕੀ ਕਰਾਂਗੇ? ਹੁਣ ਕੋਈ ਚੰਗੀ ਜਿਹੀ ਕੁੜੀ ਵੇਖ ਕੇ ਵਿਆਹ ਕਰ ਲੈ, ਫਿਰ ਆਪਣੇ ਘਰ ਰੌਣਕ ਹੋ ਜਾਵੇਗੀ। ਫਿਰ ਹੌਲੀ-ਹੌਲੀ ਆਪਾਂ ਇਹ ਗਮ ਨੂੰ ਭੁੱਲਣਾ ਸ਼ੁਰੂ ਕਰ ਦੇਵਾਂਗੇ। ਹਜੇ ਮੈਂ ਰਵੀ ਨਾਲ ਇਹ ਸਭ ਗੱਲਾਂ ਕਰ ਹੀ ਰਹੀ ਸੀ ਕਿ ਮਾਸੀ ਦੁਬਾਰਾ ਸਾਡੇ ਘਰ ਆ ਗਈ ਤੇ ਕਹਿਣ ਲੱਗੀ ਕਿ ਤੁਸੀਂ ਇਸ ਤਰ੍ਹਾਂ ਹੀ ਬੈਠੇ ਹੋ। ਉੱਧਰ ਖਾਨਦਾਨ ਵਿੱਚ ਤੁਹਾਡੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਮੈਂ ਚੌਂਕ ਕੇ ਖਲੋ ਗਈ। ਮੈਂ ਕਿਹਾ, ਮਾਸੀ ਹੁਣ ਬਸ ਵੀ ਕਰਦੇ ਨਾਟਕ। ਜੇ ਮਾਂ ਨੇ ਪਾਗਲਪਨ ਵਿੱਚ ਇੱਕ ਗੱਲ ਕਹਿ ਹੀ ਦਿੱਤੀ ਕਿ ਤੁਸੀਂ ਸਾਡਾ ਭੈਣ ਭਰਾ ਦਾ ਵਿਆਹ ਕਰਕੇ ਗੁਨਾਹ ਕਰੋਗੇ, ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ? ਤੁਸੀਂ ਤਿਆਰੀਆਂ ਕਿਉਂ ਕਰ ਰਹੇ ਹੋ? ਮੇਰੀ ਮਾਸੀ ਬੋਲੀ ਕਿ ਚਲੋ ਤੁਸੀਂ ਮੇਰੇ ਨਾਲ ਚੱਲੋ ਤੇ ਤੁਹਾਨੂੰ ਮੈਂ ਉੱਥੇ ਲੈ ਕੇ ਚੱਲਦੀ ਹਾਂ ਜੋ ਤੁਹਾਨੂੰ ਦੱਸੇਗਾ ਕਿ ਤੁਹਾਡਾ ਰਿਸ਼ਤਾ ਜਾਇਜ਼ ਹੈ ਤੇ ਤੁਸੀਂ ਦੋਵੇਂ ਵਿਆਹ ਕਰ ਸਕਦੇ ਹੋ। ਅਗਰ ਮੈਂ ਕੁਝ ਕਹੂੰਗੀ ਤੇ ਤੁਹਾਨੂੰ ਦੁੱਖ ਲੱਗੇਗਾ। ਮਾਸੀ ਦੀ ਗੱਲ ਸੁਣ ਕੇ ਮੈਂ ਆਪਣਾ ਸਿਰ ਫੜ ਕੇ ਥੱਲੇ ਬੈਠ ਗਈ ਤੇ ਕਿਹਾ ਕਿ ਮੈਨੂੰ ਕਿਸੇ ਨਾਲ ਨਹੀਂ ਮਿਲਣਾ। ਉਹ ਕੋਈ ਆਮ ਇਨਸਾਨ ਨਹੀਂ ਆ। ਉਹ ਇੱਕ ਬਹੁਤ ਪਹੁੰਚਿਆ ਹੋਇਆ ਬਾਬਾ ਆ। ਮਾਸੀ ਦੀ ਗੱਲ ਸੁਣ ਕੇ ਮੈਂ ਹੈਰਾਨੀ ਨਾਲ ਉਹਦੇ ਵੱਲ ਵੇਖਣ ਲੱਗ ਪਈ। ਇੰਨਾ ਪਹੁੰਚਿਆ ਹੋਇਆ ਬਾਬਾ ਇਹ ਗੱਲ ਕਿੱਦਾਂ ਕਹਿ ਸਕਦਾ ਆ? ਮਾਸੀ ਤੁਸੀਂ ਹੋਸ਼ ਕਰੋ। ਮਾਸੀ ਕਹਿਣ ਲੱਗੀ ਕਿ ਤੂੰ ਤੇ ਰਵੀ ਇੱਕ ਵਾਰ ਉਸ ਨੂੰ ਮਿਲ ਲਓ ਬਸ। ਉਸ ਤੋਂ ਬਾਅਦ ਮੈਂ ਕਦੀ ਵੀ ਤੁਹਾਨੂੰ ਕੁਝ ਨਹੀਂ ਕਹਾਂਗੀ। ਫਿਰ ਚਾਹੇ ਤੁਸੀਂ ਆਪਣੀ ਮਾਂ ਦੀ ਵਸੀਅਤ 'ਤੇ ਵੀ ਯਕੀਨ ਨਾ ਕਰਨਾ। ਆਪਣੀ ਮਾਸੀ ਦੀ ਗੱਲ ਸੁਣ ਕੇ ਮੈਨੂੰ ਬਹੁਤ ਹੈਰਾਨੀ ਹੋਈ
कि ਉਹ ਇਹੋ ਜਿਹੀ ਕਿਹੜੀ ਗੱਲ ਹੈ ਜੋ ਮੈਨੂੰ ਉਹ ਬਾਬਾ ਹੀ ਦੱਸ ਸਕਦਾ ਆ ਕਿ ਜਿਹੜਾ ਰਾਜ ਉਹਨਾਂ ਦੇ ਕੋਲ ਹੀ ਆ। ਮੈਂ ਕਿਹਾ ਠੀਕ ਆ, ਮੈਂ ਤੇ ਰਵੀ ਉਸ ਬਾਬੇ ਕੋਲ ਜਾਵਾਂਗੇ। ਮਾਸੀ ਨੇ ਅਗਲੇ ਦਿਨ ਸਾਨੂੰ ਬਾਬੇ ਕੋਲ ਜਾਣ ਲਈ ਕਿਹਾ। ਅਸੀਂ ਉਸ ਬਾਬੇ ਦੇ ਕੋਲ ਚਲੇ ਗਏ। ਬਾਬੇ ਨੇ ਸਾਨੂੰ ਪਹਿਚਾਣ ਲਿਆ ਤੇ ਕਹਿਣ ਲੱਗਾ ਕਿ ਆ ਜਾਓ ਬੇਟਾ, ਮੈਂ ਤੁਹਾਨੂੰ ਤੁਹਾਡੇ ਰਿਸ਼ਤੇ ਦਾ ਐਸਾ ਰਾਜ ਦੱਸਾਂਗਾ ਕਿ ਤੁਸੀਂ ਆਪਣਾ ਰਿਸ਼ਤੇ ਨੂੰ ਪਹਿਚਾਣ ਸਕੋਗੇ। ਮੈਂ ਨਹੀਂ ਜਾਣਦਾ ਕਿ ਤੁਹਾਡੀ ਮਾਂ ਨੇ ਇਹ ਵਸੀਅਤ ਕਿਉਂ ਕੀਤੀ, ਪਰ ਫਿਰ ਵੀ ਇਹ ਵਸੀਅਤ ਜਾਇਜ਼ ਹੈ। ਤੁਹਾਡਾ ਵਿਆਹ ਕਰਨਾ ਕੋਈ ਗੁਨਾਹ ਨਹੀਂ ਹੈ। ਪਹਿਲਾਂ ਧਿਆਨ ਨਾਲ ਮੇਰੀ ਗੱਲ ਸੁਣੋ, ਉਸ ਤੋਂ ਬਾਅਦ ਤੁਸੀਂ ਜੋ ਫੈਸਲਾ ਕਰਨਾ ਹੋਇਆ ਕਰ ਲੈਣਾ। ਬਾਬਾ ਜੀ ਨੇ ਗੱਲ ਸ਼ੁਰੂ ਕੀਤੀ ਕਿ ਵੇਖੋ ਬੇਟਾ, ਇਹ ਗੱਲ ਉਸ ਟਾਈਮ ਦੀ ਹੈ ਜਦੋਂ ਤੇਰੀ ਮਾਂ ਦਾ ਵਿਆਹ ਨਹੀਂ ਹੋਇਆ। ਤੇਰੀ ਮਾਂ ਇੱਕ ਅਮੀਰ ਘਰ ਤੋਂ ਤਾਲੁਕ ਰੱਖਦੀ ਸੀ। ਉਹਨਾਂ ਦਾ ਘਰਾਣਾ ਇੰਨਾ ਅਮੀਰ ਸੀ ਕਿ ਅੱਜ ਤੱਕ ਕਿਸੇ ਨੇ ਉਹਨਾਂ ਦੇ ਬਰਾਬਰ ਬੈਠ ਕੇ ਰੋਟੀ ਵੀ ਨਹੀਂ ਖਾਧੀ ਹੋਵੇਗੀ। ਇੱਕ ਆਮ ਜਿਹੇ ਬੱਚੇ ਨੂੰ ਪਸੰਦ ਕਰਨ ਲੱਗੀ ਸੀ। ਬੱਚਾ ਇਸ ਕਰਕੇ ਕਹਿ ਰਿਹਾ ਹਾਂ ਕਿ ਉਹ ਅਜੇ ਸਕੂਲ ਵਿੱਚ ਪੜ੍ਹਦਾ ਸੀ। ਬਸ ਫਿਰ ਕੀ ਸੀ, ਜਦੋਂ ਉਹਦੇ ਬਾਪ ਨੂੰ ਪਤਾ ਚੱਲਿਆ ਕਿ ਉਹਨਾਂ ਦੀ ਬੇਟੀ ਕਿਸੇ ਆਮ ਜਿਹੇ ਮੁੰਡੇ ਨੂੰ ਪਸੰਦ ਕਰਨ ਲੱਗੀ ਹੈ ਤਾਂ ਉਹਦੇ ਪਿਤਾ ਨੇ ਉਹਦਾ ਵਿਆਹ ਜਲਦੀ ਤੋਂ ਜਲਦੀ ਕਰਨ ਦਾ ਫੈਸਲਾ ਕਰ ਲਿਆ। ਵਿਆਹ ਕਿਸ ਤਰ੍ਹਾਂ ਹੋ ਜਾਂਦਾ ਜਦੋਂ ਉਹ ਮੰਨ ਹੀ ਨਹੀਂ ਰਹੀ ਸੀ। ਪਹਿਲਾਂ ਤਾਂ ਉਸ ਨੂੰ ਮਨਾਉਣਾ ਸੀ, ਉਸ ਤੋਂ ਬਾਅਦ ਹੀ ਵਿਆਹ ਹੋਣਾ ਸੀ, ਕਿਉਂਕਿ ਉਸਦੇ ਪਿੰਡ ਵਿੱਚ ਉਹਦੇ ਪਾਪਾ ਦੀ ਬਹੁਤ ਇੱਜ਼ਤ ਸੀ। ਜੇਕਰ ਉਹ ਆਪਣੀਆਂ ਬੇਟੀਆਂ ਨਾਲ ਇਸ ਤਰ੍ਹਾਂ ਜ਼ਬਰਦਸਤੀ ਕਰਦਾ ਤਾਂ ਪਿੰਡ ਵਾਲਿਆਂ ਨੇ ਉਸ ਨੂੰ ਹੀ ਜ਼ਾਲਿਮ ਕਹਿਣਾ ਸੀ। ਇੱਕ ਦਿਨ ਉਹ ਇੱਕ ਮੁੰਡਾ ਉਹਦੇ ਵਾਸਤੇ ਪਸੰਦ ਕਰਕੇ ਖੁਸ਼ੀ-ਖੁਸ਼ੀ ਘਰ ਆਇਆ ਤਾਂ ਘਰ ਆ ਕੇ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਬੇਟੀ ਘਰੋਂ ਜਾ ਚੁੱਕੀ ਹੈ। ਉਹ ਉਸੇ ਮੁੰਡੇ ਦੇ ਨਾਲ ਭੱਜੀ ਹੈ ਜਿਸ ਨੂੰ ਉਹ ਪਸੰਦ ਕਰਦੀ ਸੀ। ਜਦੋਂ ਉਹਦੇ ਪਿਤਾ ਨੂੰ ਇਹ ਸਾਰੀ ਗੱਲ ਪਤਾ ਲੱਗੀ ਤਾਂ ਉਹ ਗੁੱਸੇ ਵਿੱਚ ਲਾਲ ਪੀਲਾ ਹੋ ਗਿਆ ਤੇ ਕਹਿਣ ਲੱਗਾ ਕਿ ਮੇਰੀ ਔਲਾਦ ਦੀ ਇੰਨੀ ਹਿੰਮਤ ਕਿ ਉਹ ਮੈਨੂੰ ਹੀ ਧੋਖਾ ਦੇਵੇ। ਮੈਂ ਉਸ ਨੂੰ ਇਹੋ ਜਿਹਾ ਸਬਕ ਸਿਖਾਵਾਂਗਾ ਜਿਹੜਾ ਜ਼ਿੰਦਗੀ ਭਰ ਯਾਦ ਰੱਖੇਗੀ। ਫਿਰ ਕੀ ਸੀ, ਉਸਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ। 1 ਸਾਲ ਤੱਕ ਉਸਨੇ ਉਸਦਾ ਪਿੱਛਾ ਕੀਤਾ ਤਾਂ ਉਸਨੂੰ ਇੱਕ ਪਿੰਡ ਵਿੱਚ ਆਪਣੀ ਬੇਟੀ ਇੱਕ ਮਾਮੂਲੀ ਜਿਹੇ ਘਰ ਵਿੱਚ ਮਿਲੀ। ਉਸੇ ਘਰ ਵਿੱਚ ਸੀ ਜਿਸ ਨਾਲ ਉਹ ਭੱਜੀ ਸੀ। ਇਹ ਉਹੀ ਮੁੰਡਾ ਸੀ ਜਿਹੜਾ ਸਕੂਲ ਵਿੱਚ ਪੜ੍ਹਦਾ ਸੀ। ਫਿਰ ਉਸਨੇ ਆਪਣੇ ਬੰਦਿਆਂ ਕੋਲੋਂ ਉਸ ਨੂੰ ਨਹਿਰ ਵਿੱਚ ਧੱਕਾ ਦਿਲਵਾ ਦਿੱਤਾ ਤੇ ਉਹ ਕਿੱਸਾ ਉਸੇ ਵਕਤ ਹੀ ਖਤਮ ਹੋ ਗਿਆ। ਪਰ ਉਹਦੀ ਬੇਟੀ ਗਰਭਵਤੀ ਸੀ। ਫਿਰ ਉਹਨੇ ਇੱਕ ਬਹੁਤ ਹੀ ਸੋਹਣੇ ਪੁੱਤ ਨੂੰ ਜਨਮ ਦਿੱਤਾ। ਉਸ ਤੋਂ ਬਾਅਦ ਉਹ ਆਪਣੀ ਬੇਟੀ ਨੂੰ ਆਪਣੇ ਨਾਲ ਲੈ ਕੇ ਵਾਪਸ ਆਪਣੇ ਪੇਕੇ ਆ ਗਈ ਤੇ ਉਸ ਬੱਚੇ ਨੂੰ ਵੀ ਨਾਲ ਲੈ ਆਇਆ ਕਿਉਂਕਿ ਉਸ ਦੀ ਧੀ ਦਾ ਬੱਚਾ ਸੀ। ਉਸ ਨੂੰ ਛੱਡ ਵੀ ਨਹੀਂ ਸਕਦਾ ਸੀ। ਉਹ ਹੁਣ ਬਹੁਤ ਪਰੇਸ਼ਾਨ ਰਹਿਣ ਲੱਗ ਪਈ ਸੀ। ਫਿਰ ਉਸ ਦੇ ਪਿਤਾ ਨੇ ਉਸ ਦਾ ਦੂਸਰਾ ਵਿਆਹ ਕਰ ਦਿੱਤਾ। ਉਸਨੇ ਇੱਕ ਬਹੁਤ ਹੀ ਬਿਮਾਰ ਮਰਦ ਨਾਲ ਉਸ ਦਾ ਵਿਆਹ ਕਰ ਦਿੱਤਾ। ਉਸ ਆਦਮੀ ਦੀ ਪਹਿਲਾਂ ਹੀ ਇੱਕ ਬੇਟੀ ਸੀ। ਉਹਦੀ ਪਹਿਲੀ ਪਤਨੀ ਮਰ ਚੁੱਕੀ ਸੀ। ਤੁਹਾਡੀ ਮਾਂ ਨੇ ਸ਼ਾਇਦ ਇਹ ਵਸੀਅਤ ਤਾਂ ਵੀ ਕੀਤੀ ਹੋਵੇ ਕਿ ਤੁਹਾਨੂੰ ਇਸ ਹਕੀਕਤ ਬਾਰੇ ਪਤਾ ਲੱਗ ਜਾਵੇ ਕਿ ਤੁਸੀਂ ਉਸ ਦੀ ਔਲਾਦ ਨਹੀਂ ਹੋ ਤੇ ਜਿਹੜਾ ਬੇਟਾ ਉਸ ਨੂੰ ਬਦ ਕਿਰਦਾਰ ਕਹਿੰਦਾ ਰਿਹਾ ਉਹੀ ਉਸ ਦੀ ਅਸਲੀ ਔਲਾਦ ਸੀ। ਉਹਦਾ ਪਤੀ ਤਾਂ ਪਹਿਲਾਂ ਤੋਂ ਹੀ ਬਿਮਾਰ ਸੀ, ਇਸ ਲਈ ਉਹ ਇਸ ਦੁਨੀਆ ਤੋਂ ਚੱਲ ਵਸਿਆ। ਪਰ ਉਸ ਨੂੰ ਇਹ ਗੱਲ ਦੱਸਦਿਆਂ ਬਹੁਤ ਦੇਰ ਹੋ ਗਈ। ਉਹ ਆਪਣੇ ਪਹਿਲੇ ਪਤੀ ਦੀ ਗੱਲ ਆਪਣੇ ਬੇਟੇ ਨੂੰ ਨਹੀਂ ਦੱਸਣਾ ਚਾਹੁੰਦੀ ਸੀ। ਬਹੁਤ ਸਾਲਾਂ ਬਾਅਦ ਉਸ ਨੂੰ ਪਤਾ ਚੱਲਿਆ ਕਿ ਉਸ ਦਾ ਪਹਿਲਾ ਪਤੀ ਜਿੰਦਾ ਆ, ਉਹ ਮਰਿਆ ਨਹੀਂ ਆ। ਉਹਦੇ ਬਾਪ ਨੇ ਉਸ ਨੂੰ ਨਹਿਰ ਵਿੱਚ ਧੱਕਾ ਦਿਲਵਾਇਆ ਸੀ, ਪਰ ਫਿਰ ਵੀ ਉਹ ਕਿਸੇ ਪਾਸੇ ਨਿਕਲ ਗਿਆ ਸੀ ਤੇ ਉਹ ਬਚ ਗਿਆ ਸੀ। ਉਹਦੀ ਪਤਨੀ ਨਾਲ ਕੀ ਹੋਇਆ ਉਸ ਨੂੰ ਇਹ ਵੀ ਨਹੀਂ ਪਤਾ ਚੱਲ ਸਕਿਆ। ਹੁਣ ਉਹ ਦੁਬਾਰਾ ਫਿਰ ਇੱਕ ਦੂਸਰੇ ਨੂੰ ਮਿਲਣਾ ਚਾਹੁੰਦੇ ਸੀ, ਪਰ ਬਦਕਿਸਮਤੀ ਨਾਲ ਉਹ ਇਸ ਦੁਨੀਆ ਤੋਂ ਪਹਿਲਾਂ ਹੀ ਚੱਲ ਵਸੀ ਤੇ ਜਾਂਦੇ ਜਾਂਦੇ ਤੁਹਾਨੂੰ ਇਹ ਸਾਰੀ ਗੱਲ ਦੱਸਣ ਦੀ ਬਜਾਏ ਉਹ ਇੱਕ ਵਸੀਅਤ ਕਰ ਗਈ ਕਿ ਤੁਸੀਂ ਦੋਵੇਂ ਭੈਣ ਭਰਾ ਆਪਸ ਵਿੱਚ ਵਿਆਹ ਕਰ ਲੈਣਾ। ਪਰ ਉਸ ਦਾ ਕਹਿਣ ਦਾ ਹੀ ਇਹੀ ਮਕਸਦ ਸੀ ਕਿ ਤੁਸੀਂ ਉਸ ਨੂੰ ਮਾफ़ ਕਰ ਦੇਵੋ ਤੇ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀਵੋ। ਬਾਬਾ ਜੀ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਕਿ ਰਵੀ ਮੇਰਾ ਸਕਾ ਨਹੀਂ ਸਗੋਂ ਸਤੇਲਾ ਭਰਾ ਵੀ ਨਹੀਂ ਆ। ਇਹ ਸਾਰੀ ਹਕੀਕਤ ਜਾਣਨ ਤੋਂ ਬਾਅਦ ਅਸੀਂ ਵਿਆਹ ਨਹੀਂ ਕਰਵਾਉਣਾ ਚਾਹੁੰਦੇ ਸੀ ਕਿਉਂਕਿ ਅਸੀਂ ਹੁਣ ਵੀ ਇੱਕ ਦੂਸਰੇ ਨੂੰ ਭੈਣ ਭਰਾ ਹੀ ਸਮਝਦੇ ਹਾਂ। ਤੁਹਾਡੀ ਇਸ ਬਾਰੇ ਕੀ ਰਾਏ ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਕਿ ਸਾਨੂੰ ਦੋਵਾਂ ਨੂੰ ਵਿਆਹ ਕਰਾ ਲੈਣਾ ਚਾਹੀਦਾ ਹੈ ਕਿ ਜਾਂ ਰਵੀ ਦਾ ਵਿਆਹ ਮੈਂ ਹੋਰ ਕਿਤੇ ਕਰ ਦੇਵਾਂ। ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ।